ਦਾਸਨ ਦਾਸ ਕਰੋ ਪ੍ਰਭ। ਹਮ ਹਰ ਕਥਾ ਕਥਾਗੇ। ਜਨ ਨਾਨਕ ਦਾਸਨ ਦਾਸ ਕਰੋ ਪ੍ਰਭ। ਹਮ ਹਰ ਕਥਾ ਕਥਾਗੇ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਪੰਜਵਾ। ਮਾਇਆ ਮੋਹ ਮਗਨ ਅੰਧਿਆਰੈ। ਦੇਵਨਹਾਰ ਨਾ ਜਾਣੈ। ਜੀਉ ਪਿੰਡ ਸਾਜ ਜਿਨ ਰਚਿਆ। ਬਲ ਆਪਣਾ ਕਰ ਮਾਨੈ। ਮਾਇਆ ਮੋਹ ਮਗਨ ਅੰਧਿਆਰੈ। ਦੇਵਨਹਾਰ ਨਾ ਜਾਣੈ। ਜੀਉ ਪਿੰਡ ਸਾਜ ਜਿਨ ਰਚਿਆ। ਬਲ ਆਪਣੋ ਕਰ ਮਾਨੈ। ਪਰਮ ਸਨਮਾਨ ਸਤਿਕਾਰਯੋਗ ਚਵਰ ਛਤਰ ਤਖਤ ਦੇ ਮਾਲਕ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਅੰਦਰ ਸਤਿਕਾਰਯੋਗ ਬਾਪੂ ਸਤਨਾਮ ਸਿੰਘ ਜੀ ਦੀ ਨਿੱਘੀ ਮਿੱਠੀ ਯਾਦ ਦੇ ਵਿੱਚ ਜੁੜ ਮਿਲ ਬੈਠੀ ਗੁਰੂ ਸਵਾਰੀ ਗੁਰੂ ਪਿਆਰੀ ਖਾਲਸਾ ਸਾਧ ਸੰਗਤ ਜੀ। ਸਾਡੇ ਹਿਰਦਿਆਂ ਦੇ ਵਿੱਚ ਇਹ ਗੱਲ ਭਲੀ ਭਾਂਤੀ ਵਿਦਿਤ ਹੈ ਕਿ ਜੋ ਪਿਛਲੇ ਸਾਲ ਇਸ ਦਿਨ ਪਰਮੇਸ਼ਰ ਵੱਲੋਂ ਬਖਸ਼ਿਸ਼ ਕੀਤੀ ਆਯੂ ਨੂੰ ਭੋਗਦੇ ਹੋਏ ਭਾਈ ਸਤਨਾਮ ਸਿੰਘ ਜੀ ਲੋਕ ਤੋਂ ਪਰਲੋਕ ਗਮਨ ਕਰ ਗਏ ਸਨ। ਤਿੰਨਾਂ ਦੀ ਪਵਿੱਤਰ ਯਾਦ ਨੂੰ ਮੁੱਖ ਰੱਖਦਿਆਂ ਹੋਇਆਂ ਸਮੂਹ ਪਰਿਵਾਰ ਨੇ ਗੁਰੂ ਕੇ ਚਰਨਾਂ ਦਾ ਓਟ ਆਸਰਾ ਲੈ ਕੇ ਪਰਸੋਂ ਰੋਜ਼ ਤੋਂ ਸਮੇਤ ਸ੍ਰੀ ਜਪਜੀ ਸਾਹਿਬ ਜੀ ਦੀ ਬਰਨੀ ਦੇ ਸ੍ਰੀ ਅਖੰਡ ਪਾਠ ਸਾਹਿਬ ਪ੍ਰਾਰੰਭ ਕਰਵਾਏ ਸਨ, ਜਿਨ੍ਹਾਂ ਦੇ ਨਿਰਵਿਘਨਤਾ ਸਹਿਤ ਭੋਗ ਪਏ। ਉਪਰੰਤ ਖੁੱਲ੍ਹੇ ਪੰਡਾਲਾਂ ਦੇ ਵਿੱਚ ਸੁੰਦਰ ਦੀਵਾਨ ਸਜੇ ਹੋਏ ਦੀਵਾਨਾਂ ਦੇ ਵਿੱਚ ਸਤਿਕਾਰਯੋਗ ਸ਼੍ਰੀਮਾਨ ਜਥੇਦਾਰ ਬਾਬਾ ਮਾਨ ਸਿੰਘ ਜੀ ਦਲ ਪੰਥ ਮੜੀਆਂ ਵਾਲੇ ਤਿੰਨਾਂ ਦੇ ਸਮੁੱਚੇ ਜਥੇ ਨੇ ਰਲ ਮਿਲ ਕੇ ਗੁਰੂ ਕੀ ਪਵਿੱਤਰ ਬਾਣੀ ਦੇ ਵਿੱਚੋਂ ਵੈਰਾਗਮਈ ਕੀਰਤਨ ਜੋ ਸਾਨੂੰ ਭਾਈ ਗੁਰਦਾਸ ਜੀ ਨੇ ਭਾਣਾ ਮੰਨਣ ਦਾ ਹੁਕਮ ਕੀਤਾ ਹੈ, ਉਸ ਦੇ ਬਾਬਤ ਔਰ ਜੋ ਸਾਡੇ ਜੀਵਨ ਦੀ ਅਸਲੀਅਤ ਤਾਂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸ੍ਰੀ ਦਸਮ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬਾਣੀ 33 ਸਵਈਏ ਉਸ ਦੇ ਵਿੱਚ ਸੰਪੂਰਨਤਾ ਵਾਲਾ ਸਵਈਆ ਹੈ। ਤਉ ਤਨ ਤਿਆਗਤ ਹੀ ਸੁਨ ਰੇ ਜੜ ਪ੍ਰੇਤ ਬਖਾਨ ਤ੍ਰਿਆ ਭਜ ਜੈ ਹੈ।
ਇਸ ਦੇ ਵਿੱਚ ਸਾਡੇ ਜੀਵਨ ਦੀ ਅਸਲੀਅਤ, ਸਾਡੇ ਜੀਵਨ ਦਾ ਜੋ ਅਸਲੀਪਨ ਹੈ ਉਹ ਗੁਰੂ ਕੀ ਬਾਣੀ ਦੇ ਰਾਹੀਂ ਔਰ ਮਹਾਂਪੁਰਖਾਂ ਨੇ ਉਸ ਪਵਿੱਤਰ ਸ਼ਬਦ ਦੇ ਵਿਚਾਰ ਦੇ ਰਾਹੀਂ ਸਾਨੂੰ ਦਰਸਾਇਆ। ਕਿਉਂਕਿ ਗੁਰਸਿੱਖੋ, ਧੰਨ ਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਗੁਰਬਾਣੀ ਆਪਾਂ ਪੜ੍ਹਦੇ ਹਾਂ। ਮਹਾਰਾਜ ਦੀ ਬਾਣੀ ਦੀ ਇਹ ਅਟੱਲ ਸਚਾਈ ਹੈ ਕਿ ਜੋ ਉਪਜਿਓ ਸੋ ਬਿਨਸ ਹੈ। ਬੇਸ਼ੱਕ ਸੰਸਾਰ ਦੇ ਵਿੱਚ ਜਿੰਨੀਆਂ ਜੂਨਾਂ, ਕੋਈ ਪਾਣੀ ਦੇ ਵਿੱਚ ਰਹਿੰਦਾ ਹੈ, ਕੋਈ ਧਰਤੀ ਤੇ ਰਹਿੰਦਾ ਹੈ, ਕਈ ਆਕਾਸ਼ ਦੇ ਵਿੱਚ ਉਡਾਰੀਆਂ ਭਰਦੇ ਔਰ ਆਕਾਸ਼ ਦੇ ਵਿੱਚ ਹੀ ਆਪਣਾ ਨਿਵਾਸ ਰੱਖਦੇ ਹਨ, ਰੁੱਖਾਂ ਦਰਖਤਾਂ ਦੇ ਉੱਪਰ ਆਲਣੇ ਪਾ ਕੇ। ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ, ਜਲ ਕਹਾਂ ਥਲ ਕਹਾਂ ਗਗਨ ਕੇ ਗੌਣ ਕਹਾਂ, ਕਾਲ ਕੇ ਬਣਾਏ ਸਭੇ ਕਾਲ ਹੀ ਚਬਾਹਗੇ। ਜੋ ਸਾਰੀ ਸ੍ਰਿਸ਼ਟੀ ਇਹ ਪਰਮੇਸ਼ਰ ਨੇ ਪੈਦਾ ਕੀਤੀ ਹੈ, ਇਹ ਸਾਰਾ ਕੁਝ ਹੀ ਕਾਲ ਦੇ ਅਧੀਨ ਹੈ। ਕੇਵਲ ਉਹ ਵਾਹਿਗੁਰੂ ਪਰਮਾਤਮਾ ਨੂੰ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਸ੍ਰੀ ਦਸਮ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਵਿੱਚ ਮਹਾਕਾਲ ਸ਼ਬਦ ਤਾਂ ਹੀ ਵਰਤਿਆ ਹੈ, ਪਰਮੇਸ਼ਰ ਦੇ ਪਰਥਾਏ। ਵੈਸੇ ਮਹਾਂਪੁਰਖਾਂ ਦੇ ਪਾਸੋਂ ਪੜ੍ਹਿਆ ਸੀ ਕਿ ਪਰਮੇਸ਼ਰ ਨੇ 3 ਰੂਪ 3 ਅਵਤਾਰ ਧਾਰੇ, ਇੱਕ ਸ੍ਰੀ ਸਰਬਲੋ, ਇੱਕ ਮਹਾਕਾਲ ਤੇ ਇੱਕ ਧੰਨ ਗੁਰੂ ਨਾਨਕ ਦੇਵ ਸਾਹਿਬ ਜੀ। ਪਰਮੇਸ਼ਰ ਨੂੰ ਮਹਾਕਾਲ ਤਾਂ ਹੀ ਕਿਹਾ ਗਿਆ ਕਿ ਉਹ ਕਿਸੇ ਵੀ ਕਾਲ ਦੇ ਅਧੀਨ ਨਹੀਂ ਹੈ। ਕਾਲ ਦਾ ਜਿਹੜਾ ਵਿਊ ਚੱਕਰ ਹੈ ਹਰੇਕ ਨੂੰ ਕੱਟਦਾ ਹੈ, ਪਰ ਪਰਮੇਸ਼ਰ ਨੂੰ ਉਹ ਕਾਲ ਦਾ ਵਿਊ ਚੱਕਰ ਕੱਟ ਨਹੀਂ ਸਕਦਾ। ਤਾਂ ਉਸ ਨੂੰ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਸ੍ਰੀ ਦਸਮ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਵਿੱਚ ਮਹਾਕਾਲ ਦਾ ਖਿਤਾਬ ਦਿੱਤਾ। ਸੋ ਆਓ, ਭੋਗਾਂ ਤੋਂ ਉਪਰੰਤ ਜੋ ਮਹਾਰਾਜ ਧੰਨ ਗੁਰੂ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਰਾਗ ਸੋਠ ਦੇ ਵਿੱਚ ਸ਼੍ਰੀ ਮੁਖ ਵਾਕ ਦੀ ਬਖਸ਼ਿਸ਼ ਕੀਤੀ ਹੈ, ਪਾਵਨ ਗੁਰਬਾਣੀ ਦੀ ਵਿਚਾਰ ਨੂੰ ਸਰਵਣ ਕਰਨ ਤੋਂ ਪਹਿਲੋਂ ਸਰਬੱਤ ਸੰਗਤ ਬੜੀ ਭਾਵਨਾ ਸਹਿਤ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸੀਸ ਝੁਕਾਓ, ਦੋਵੇਂ ਹੱਥ ਜੋੜ ਕੇ ਬੁਲਾਈ ਗੁਰੂ ਕੀ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਪੰਜਵਾ। ਹਾਂਜੀ। ਮਾਇਆ ਮੋਹ ਮਗਨ ਅੰਧਿਆਰੈ, ਦੇਵਨਹਾਰ ਨਾ ਜਾਣੈ। ਸੋਰਠ ਰਾਗ ਹੈ। ਸ਼ਹੀਦਾਂ ਦੇ ਸਿਰਤਾਜ ਪ੍ਰਤੱਖ ਹਰ ਸਤਿਗੁਰੂ ਧੰਨ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਜੀ ਇਸ ਪਵਿੱਤਰ ਸ਼ਬਦ ਦੇ ਉਚਾਰਨ ਕਰਤਾ ਹਨ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਬਾਣੀ ਦੇ ਵਿੱਚ 616 ਅੰਗ ਦੇ ਉੱਪਰ ਇਹ ਪਵਿੱਤਰ ਸ਼ਬਦ ਸੁਭਾਏਮਾਨ ਹੈ। ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਹਿਬ ਜੀ ਦੀ ਪਾਵਨ ਬਾਣੀ ਪੜ੍ਹੀਏ। ਗੁਰਬਾਣੀ ਦਾ ਮਹਾਂਵਾਕ ਬਚਨ ਹੈ, ਰਾਹ ਦੋਵੈ ਇੱਕ ਜਾਣੈ ਸੋਈ ਸਿੱਜਸੀ, ਕੁਫਰ ਗੋ ਕੁਫਰਾਨੇ ਪਿਆ ਦੱਜਸ। ਧਰਮ ਦੋ ਰਾਹ ਮੰਨਦੀ ਹੈ। ਜਿਵੇਂ ਰਸਤੇ ਦੇ ਉੱਪਰ ਜਿਹੜਾ ਮਨੁੱਖ ਚੱਲਦਾ ਹੈ, ਜਿਹੜੇ ਰਾਹ ਤੇ ਤੁਰਦਾ ਹੈ, ਉਹੋ ਜਿਹੀ ਉਸ ਨੂੰ ਮੰਜ਼ਿਲ ਪ੍ਰਾਪਤ ਹੋ ਜਾਂਦੀ ਹੈ। ਇਵੇਂ ਇੱਕ ਆਸਤਿਕਤਾ ਦਾ ਨਾਂ ਹੈ, ਇੱਕ ਨਾਸਤਿਕਤਾ ਦਾ ਰਾਹ ਹੈ। ਇੱਕ ਮਨਮੁਖ ਹੈ, ਦੂਸਰਾ ਗੁਰਮੁਖ ਹੈ। ਪਰ ਧੰਨ ਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ, ਜਿਹੜੇ ਮਨਮੁਖਤਾਈ ਜੀਵਨ ਦੇ ਵਿੱਚ ਧਾਰਨ ਕਰਕੇ ਤੁਰ ਪੈਂਦੇ ਨਾ, ਉਹਨੂੰ ਅਗਾਂਹ ਨਰਕਾਂ ਦੇ ਵਿੱਚ ਬਿਨਾਂ ਟਿਕਟ ਤੋਂ ਸਿੱਧਾ ਹੀ ਵਾਸਾ ਮਿਲਦਾ। ਭਾਈ ਨੰਦ ਲਾਲ ਜੀ ਨੇ
ਆਪਣੀ ਪਵਿੱਤਰ ਕਲਮ ਦੁਆਰਾ ਇੱਕ ਬਚਨ ਕਿਹਾ ਹੈ। ਕਹਿਣ ਲੱਗੇ, ਗਰ ਬਜ਼ੁਰਗੀ ਬਾਇਦ ਤੋਂ ਕੁਨ ਬੰਦਗੀ। ਜੇ ਚਾਹਣਾ ਹੈ ਲੋਕ ਤੇ ਪਰਲੋਕ ਦੇ ਵਿੱਚ ਤੇਰੀ ਝੋਲੀ ਵਡਿਆਈ ਪਵੇ ਤੇ ਪਰਮੇਸ਼ਰ ਦੀ ਬੰਦਗੀ ਕਰ, ਪਰਮੇਸ਼ਰ ਦੇ ਨਾਮ ਨੂੰ ਸਿਮਰ। ਉਸ ਵਾਹਿਗੁਰੂ ਪ੍ਰਮਾਤਮਾ ਦੀ ਯਾਦ ਆਪਣੇ ਦਿਲੋਂ ਵਿਸਾਰ ਨਾ, ਭੁਲਾ ਨਾ। ਗੁਰੂ ਦਾ ਬਚਨ ਆਪਣੇ ਜੀਵਨ ਦੇ ਵਿੱਚ ਚੇਤੇ ਕਰ। ਪਰ ਨਾਲ ਹੀ ਇਹ ਬਚਨ ਕਿਹਾ, ਇੱਕ ਗੱਲ ਯਾਦ ਰੱਖੀ, ਵਰਨਹਿ ਆਕਸ਼ ਮੇਕਸ਼ੀ ਸ਼ਰਮਿੰਦਗੀ। ਜੇ ਪਰਮੇਸ਼ਰ ਦਾ ਨਾਮ ਨਾ ਜਪਿਆ ਤੇ ਇਹ ਨਾ ਸੋਚੀ ਵੀ ਮੈਨੂੰ ਲੋਕ ਤੇ ਪਰਲੋਕ ਦੇ ਵਿੱਚ ਵਡਿਆਈਆਂ ਪ੍ਰਾਪਤ ਹੋਣਗੀਆਂ, ਲੋਕ ਤੇ ਪਰਲੋਕ ਦੇ ਵਿੱਚ ਮੈਨੂੰ ਬਖਸ਼ਿਸ਼ਾਂ ਮਿਲਣਗੀਆਂ, ਫਿਰ ਤੇ ਲੋਕ ਦੇ ਵਿੱਚ ਵੀ ਸ਼ਰਮਸ਼ਾਰ ਹੋਵੇਂਗਾ। ਧਰਮ ਦੀ ਦੁਨੀਆ ਦੇ ਵਿੱਚ ਤੈਨੂੰ ਕਿਹਾ ਜਾਵੇਗਾ, ਧ੍ਰਿਗ ਅਵੇਹਾ ਜੀਵਿਆ ਜਿਤ ਖਾਏ ਵਧਾਇਆ ਪੇਟ। ਤੇ ਪਰਲੋਕ ਦੀ ਵਿੱਚ ਵੀ ਜਾ ਕਰਕੇ ਜਦੋਂ ਤੂੰ ਧਰਮ ਰਾਜੇ ਦੀ ਕਚਹਿਰੀ ਦੇ ਵਿੱਚ ਤੇਰੀ ਪੇਸ਼ਕਸ਼ ਹੋਈ, ਤੈਨੂੰ ਪੇਸ਼ ਕੀਤਾ ਗਿਆ, ਫਿਰ ਆਪਾਂ ਪਵਿੱਤਰ ਬਚਨ ਸੁਣਦੇ ਆ, ਨਾਨਕ ਜਿਉ ਮਥਨ ਮਾਧਾਨੀਆਂ ਤਿਉ ਮਥੈ ਧਰਮ ਰਾਏ। ਜਿਵੇਂ ਇੱਕ ਸਿਆਣੀ ਮਾਈ ਅੰਮ੍ਰਿਤ ਵੇਲੇ ਜਮਾਈ ਹੋਈ ਜਾਗ ਦੇ ਵਿੱਚ, ਜਿਸ ਨੂੰ ਆਪਾਂ ਦਹੀਂ ਕਹਿ ਦਿੰਦੇ, ਉਸ ਦੇ ਵਿੱਚ ਮਧਾਣੀ ਪਾ ਕਰਕੇ ਉਸ ਨੂੰ ਚੰਗੀ ਤਰ੍ਹਾਂ ਮੱਥਦੀ ਹੈ ਨਾ, ਰਿੜਕਦੀ ਹੈ ਨਾ, ਫਿਰ ਉੱਪਰੋਂ ਚੁੱਕ ਕੇ ਦੇਖਦੀ ਹੈ ਕਿ ਅਜੇ ਪੂਰਾ ਮੱਖਣ ਨਹੀਂ, ਅਜੇ ਇਸ ਛਾਛ ਦੇ ਵਿੱਚ ਜਿਹੜੀ ਹੈ ਨਾ ਉਹ ਮੱਖਣ ਰਲਿਆ ਹੋਇਆ, ਫਿਰ ਉਸ ਨੂੰ ਮਥਣਾ ਸ਼ੁਰੂ ਕਰ ਦਿੰਦੀ ਹੈ। ਐਵੇਂ ਜਿੰਨਾ ਚਿਰ ਤੱਕ ਤੇਰੇ ਜੀਵਨ ਦੇ ਔਗਣਾਂ ਦੀ ਪੂਰਨ ਰੂਪ ਦੇ ਵਿੱਚ ਵਿਚਾਰ ਨਾ ਹੋਗੀ ਔਰ ਉਹਨਾਂ ਦਾ ਤੈਨੂੰ ਫਲ ਨਾ ਮਿਲਿਆ, ਉਹਨਾਂ ਚਿਰ ਤੱਕ ਧਰਮ ਰਾਜੇ ਦੀ ਕਚਹਿਰੀ ਦੇ ਵਿੱਚੋਂ ਤੂੰ ਛੁੱਟ ਨਹੀਂ ਸਕਦਾ। ਭਾਈ ਨੰਦ ਲਾਲ ਜੀ ਕਹਿੰਦੇ, ਜੇ ਤੇ ਪਰਮੇਸ਼ਰ ਦੀ ਬੰਦਗੀ ਕਰੇਗਾ, ਗਰ ਬਜ਼ੁਰਗੀ ਬਾਇਦ ਤੋਂ ਕੁਨ ਬੰਦਗੀ, ਵਰਨਹਿ ਆਖਰ ਮੇਕਸ਼ੀ ਸ਼ਰਮਿੰਦਗੀ। ਜੇ ਤੇ ਬੰਦਗੀ ਕਰੇਗਾ, ਫਿਰ ਬਜ਼ੁਰਗੀ ਦਾ ਅਰਥ ਹੈ ਪਰਮੇਸ਼ਰ ਦੀ ਦਰਗਾਹ ਦੇ ਵਿੱਚ ਤੈਨੂੰ ਵਡਿਆਈਆਂ ਮਿਲਣਗੀਆਂ। ਇੱਥੇ ਵੀ ਵਡਿਆਈਆਂ, ਰੱਬ ਦੀ ਦਰਗਾਹ ਦੇ ਵਿੱਚ ਵੀ ਵਡਿਆਈਆਂ। ਜੇ ਤੂੰ ਪਰਮੇਸ਼ਰ ਦਾ ਨਾਮ ਨਾ ਜਪਿਆ ਪਿਆਰਿਆ, ਇਸ ਲੋਕ ਦੇ ਵਿੱਚ ਵੀ ਤੈਨੂੰ ਦੁਨੀਆ ਦੇ ਲੋਕ ਦਰਕਾਰਨਗੇ, ਧਰਮ ਰਾਜੇ ਦੀ ਕਚਹਿਰੀ ਦੇ ਵਿੱਚ ਤੇ ਦੁਰਕਾਰਿਆ ਹੀ ਜਾਣਾ, ਉੱਥੇ ਤਾਂ ਸਜ਼ਾਵਾਂ ਭੁਗਤਣੀਆਂ ਹੀ ਪੈਣੀਆਂ। ਤਾਂ ਸਾਨੂੰ ਮਹਾਰਾਜ ਸੱਚੇ ਪਾਤਸ਼ਾਹ ਜੀ ਤਾੜਨਾ ਦੇ ਕਰਕੇ ਇਹ ਬਚਨ ਕਹਿੰਦੇ, ਮਾਇਆ ਮੋਹ ਮਗਨ ਅੰਧਿਆਰ। ਭਗਤ ਤਰਲੋਚਨ ਜੀ ਦਾ ਪਵਿੱਤਰ ਬਚਨ ਹੈ, ਮਾਇਆ ਮੋਹ ਤਿਨ ਅੱਗ ਲੜਾ ਪ੍ਰਾਣੀ, ਜਰਾ ਮਰਨ ਭਾਉ ਵਿਸਰ ਗਿਆ। ਜਿਸ ਵੇਲੇ ਬੰਦੇ ਦਾ ਜਨਮ ਹੁੰਦਾ ਹੈ, ਮਹਾਂਪੁਰਖਾਂ ਦੇ ਪਾਸੋਂ ਆਪਾਂ ਬਚਨ ਸਰਵਣ ਕੀਤਾ ਹੈ, ਮਨੁੱਖ ਆਪਣੀ ਮਾਂ ਦੇ ਕੁੱਖ ਦੇ ਉਪਜ ਤੋਂ ਪਹਿਲੋਂ ਜਦੋਂ ਮਾਂ ਦੇ ਪੇਟ ਦੇ ਵਿੱਚ ਹੈ, ਪਰਮੇਸ਼ਰ ਦੇ ਨਾਲ ਇੱਕ ਕੌਲ ਕਰਦਾ। ਉਹ ਕੌਲ ਇਹ ਹੈ ਕਿ ਪਰਮੇਸ਼ਰ ਮੈਨੂੰ ਸੰਸਾਰ ਦੇ ਵਿੱਚ ਭੇਜ, ਮੈਂ ਤੇਰੀ ਬੰਦਗੀ ਕਰਾਂਗਾ, ਤੇਰਾ ਸਿਮਰਨ ਕਰਾਂਗਾ, ਤੇਰੇ ਨਾਮ ਨੂੰ ਆਰਾਧਾਂਗਾ, ਤੇਰਾ ਨਾਮ ਜਪਾਂਗਾ। ਪਰ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ, ਵਿੱਚੋਂ ਗਰਭੈ ਨਿਕਲ ਆਇਆ, ਖਸਮ ਵਿਸਾਰ ਦੁਨੀ ਚਿਤ ਲਾਇਆ। ਜਿਸ ਵੇਲੇ ਇਸ ਸੰਸਾਰ ਦੇ ਵਿੱਚ ਜੀਵ ਦੀ ਉਤਪਤੀ ਹੋਈ, ਉਸੇ ਵੇਲੇ ਹੀ ਉਹ ਜਿਹੜਾ ਕੀਤਾ ਹੋਇਆ ਕੌਲ ਇਕਰਾਰ ਉਹ ਆਪਣੇ ਇਹ ਜੀਵਨ ਦੇ ਵਿੱਚੋਂ ਭੁੱਲ ਹੀ ਗਿਆ। ਭਗਤ ਤਰਲੋਚਨ ਜੀ ਕਹਿੰਦੇ, ਮਾਇਆ ਦਾ ਮੋਹ ਇਸ ਦੇ ਜੀਵਨ ਦੇ ਵਿੱਚ ਇੰਨਾ ਪ੍ਰਭਾਵਸ਼ਾਲੀ ਹੋ ਗਿਆ, ਇੱਕ ਤੇ ਇਸ ਨੂੰ ਭੁੱਲ ਗਿਆ, ਇਸ ਨਾਲ ਵੀ ਮੇਰੇ ਸਰੀਰ ਦੇ ਉੱਪਰ ਬੁਢੇਪਾ ਆਉਣਾ। ਭਾਵੇਂ ਗੁਰਬਾਣੀ ਨੇ ਇਹ ਬਚਨ ਕਿਹਾ, ਦੇ ਲੰਮੀ ਨਦਰ ਨਿਹਾਲੀ। ਆਪਣੇ ਜੀਵਨ ਦੀ ਲੰਮੀ ਝਾਤ ਮਾਰ, ਤੇ ਲੰਮੀ ਝਾਤ ਜਦੋਂ ਆਖਰ ਤੱਕ ਮਾਰਾਂਗੇ ਤੇ ਲੰਮੀ ਝਾਤ ਦੇ ਵਿੱਚ ਮੌਤ ਹੀ ਹੈ। ਅਖੀਰ ਜ਼ਿੰਦਗੀ ਦੀ ਉਪਜ ਹੈ ਤੇ ਆਖਰੀ ਝਾਤ ਮੌਤ ਹੈ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ, ਨਾ ਤਾਂ ਇਸ ਨੂੰ ਬੁਢੇਪਾ ਚੇਤੇ ਰਿਹਾ ਤੇ ਮਰਨ ਭਉ ਵਿਸਰ ਗਿਆ। ਜਿਹੜਾ ਮੌਤ ਦਾ ਖੌਫ ਸੀ ਨਾ,
ਉਹ ਵੀ ਇਸ ਨੇ ਆਪਣੇ ਜੀਵਨ ਦੇ ਵਿੱਚੋਂ ਵਿਸਾਰ ਹੀ ਦਿੱਤਾ, ਜੀਵਨ ਦੇ ਵਿੱਚੋਂ ਭੁਲਾ ਹੀ ਦਿੱਤਾ। ਇਸ ਵਾਸਤੇ ਸਤਿਗੁਰੂ ਤਾੜਨਾ ਦੇ ਕਰਕੇ ਇਹ ਬਚਨ ਕਰਦੇ ਹਨ ਕਿ ਮਾਇਆ ਮੋਹ ਮਗਨ ਅੰਧਿਆਰ। ਮਾਇਆ ਦੇ ਮੋਹ ਦੇ ਵਿੱਚ ਮਗਨ ਹੈ, ਮਸਤ ਹੈ, ਜਿਸ ਦੇ ਕਾਰਨ ਤੇਰੇ ਜੀਵਨ ਦੇ ਵਿੱਚ ਅੰਧਕਾਰ ਫੈਲ ਗਿਆ ਹੈ, ਅਗਿਆਨਤਾ। ਦੇਵਨਹਾਰ ਨਾ ਜਾਣੈ, ਹੇ ਅਗਿਆਨੀ ਜੀਵ, ਮਾਇਆ ਦੇ ਮੋਹ ਦੇ ਵਿੱਚ ਤੂੰ ਇੰਨਾ ਕੁ ਮਸਤ ਹੋ ਗਿਆ ਹੈ, ਜਿਸ ਵਾਹਿਗੁਰੂ ਪਰਮਾਤਮਾ ਨੇ ਤੈਨੂੰ ਆਦਿ ਤੋਂ ਲੈ ਕਰਕੇ ਅੰਤ ਤੱਕ ਬਖਸ਼ਿਸ਼ਾਂ ਦਿੱਤੀਆਂ, ਉਸ ਨੂੰ ਚੇਤੇ ਕਦੀ ਨਹੀਂ ਕੀਤਾ। ਮਾਤਾ ਤੇ ਗਰਭ ਤੋਂ ਲੈ ਕਰਕੇ ਓੜਕ ਅੰਤ ਵੇਲੇ ਤੱਕ ਜਿਸ ਪਰਮੇਸ਼ਰ ਨੇ ਤੇਰੀ ਰੱਖਿਆ ਕਰਨੀ ਸੀ, ਉਸ ਨੂੰ ਕਦੀ ਚੇਤੇ ਹੀ ਨਾ ਕੀਤਾ। ਭਾਵੇਂ ਧੰਨ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਜੀ ਨੇ ਸ੍ਰੀ ਸੁਖਮਨੀ ਸਾਹਿਬ ਜੀ ਦੀ ਪਵਿੱਤਰ ਬਾਣੀ ਦੇ ਵਿੱਚ ਇਹ ਬਚਨ ਕਿਹਾ, ਰਮਈਆ ਕੇ ਗੁਣ ਚੇਤ ਪਰਾਨੀ। ਇੱਥੇ ਗੁਣ ਦਾ ਅਰਥ ਹੈ ਕੀਤੇ ਹੋਏ ਪਰਮੇਸ਼ਰ ਦੇ ਪਰਉਪਕਾਰ, ਉਹਨਾਂ ਨੂੰ ਆਪਣੇ ਜੀਵਨ ਦੇ ਵਿੱਚੋਂ ਵਿਸਾਰਨਾ, ਉਹਨਾਂ ਨੂੰ ਆਪਣੇ ਜੀਵਨ ਦੇ ਵਿੱਚੋਂ ਭੁਲਾ ਨਾ। ਕਵਨ ਮੂਲ ਤੇ ਕਵਨ ਦ੍ਰਿਸ਼ਟਾਨੀ, ਤੇਰਾ ਮੂਲ ਕੀ ਹੈ? ਮਾਂ ਕੀ ਰਕਤ ਪਿਤਾ ਬਿੰਦ ਧਾਰਾ, ਮੂਰਤ ਸੂਰਤ ਕਰ ਅਪਾਰਾ। ਕਿੱਡਾ ਸੋਹਣਾ ਤੂੰ ਇਸ ਸੰਸਾਰ ਦੇ ਵਿੱਚ ਤੇਰੀ ਦਿੱਖ ਹੈ, ਕਿੱਡਾ ਸੋਹਣਾ ਤੂੰ ਦਿਖ ਰਿਹਾ। ਅੱਗੇ ਮਾਰੇ ਕਹਿੰਦੇ, ਜਿਣ ਤੂੰ ਸਾਜ ਸਵਾਰ ਸਿਗਾਰਿਆ, ਗਰਭ ਅਗਨ ਮੈਂ ਜਿਨਹਿ ਉਬਾਰਿਆ, ਬਾਰ ਵਿਵਸਥਾ ਤੁਝੇ ਪਿਆਰੈ ਦੂਧ, ਭਰ ਜੋਬਨ ਭੋਜਨ ਸੁਖ ਸੂਧ, ਬਿਰਧ ਭਇਆ ਉਪਰ ਸਾਕ ਸੈਨ, ਮੁਖ ਅਪਿਆਉ ਬੈਠ ਕਉ ਦੈਨ, ਇਹੋ ਨਿਰਗੁਣ ਗੁਣ ਕਛੂ ਨਾ ਬੂਝੈ, ਬਖਸ਼ ਲਿਓ ਤਉ ਨਾਨਕ ਸੀ। ਇਹ ਏਡਾ ਅਕਿਰਤ ਕਨ ਹੈ ਜੀਵ, ਪਰਮੇਸ਼ਰ ਦੇ ਕੀਤੇ ਹੋਏ ਪਰਉਪਕਾਰਾਂ ਨੂੰ ਇਸ ਨੇ ਜੀਵਨ ਦੇ ਵਿੱਚੋਂ ਵਿਸਾਰ ਹੀ ਦਿੱਤਾ। ਤੇ ਗੁਰਬਾਣੀ ਦਾ ਵਿੱਚ ਇੱਕ ਬਚਨ ਆਉਂਦਾ ਹੈ, ਮਾਰੇ ਕਹਿੰਦੇ, ਆਪਸ ਕੋ ਦੀਰਘ ਕਰ ਜਾਣੈ, ਔਰਨ ਕੋ ਲਗ ਮਾਤ, ਮਨਸਾ ਬਾਚਾ ਕਰਮ ਨਾ ਮੈਂ ਦੇਖੈ ਦੋਜਕ ਜਾਤ। ਜਿਹੜਾ ਕੇਵਲ ਤੇ ਕੇਵਲ ਆਪਣਾਤੀ ਆਪਣੀ ਅੱਗੇ ਰੱਖਦਾ ਹੈ, ਜਿਸ ਪਰਮੇਸ਼ਰ ਨੇ ਇਹ ਸਾਰਾ ਸਰੀਰ ਦਿੱਤਾ, ਸਵਾਸ ਦਿੱਤੇ, ਧੀਆਂ ਪੁੱਤਰ ਸੁੱਖ ਸਹੂਲਤਾਂ ਦਿੱਤੀਆਂ, ਉਹਨੂੰ ਕੇਵਲ ਤੇ ਮਾਤਰਾ ਦੀ ਨਿਆਈ ਜਾਣਦਾ ਵੀ ਜੇ ਮੈਂ ਹਾਂ ਤੇ ਪਰਮੇਸ਼ਰ ਦੀ ਹੋਂਦ ਹੈ। ਜਿਵੇਂ ਹੁੰਦਾ ਨਾ, ਅੱਖਰ ਹੈ ਤੇ ਮਾਤਰਾ ਦੀ ਹੋਂਦ ਹੈ, ਜੇ ਅੱਖਰ ਹੀ ਨਹੀਂ ਤੇ ਇਕੱਲੀ ਮਾਤਰਾ ਦੀ ਕੀ ਹੋਂਦ ਹੈ। ਮਾਰੇ ਕਹਿੰਦੇ ਆਪਣੇ ਆਪ ਨੂੰ ਤੇ ਇਹ ਅੱਖਰ ਜਾਣਦਾ ਹੈ ਤੇ ਪਰਮੇਸ਼ਰ ਨੂੰ ਛੋਟੀ ਜੀ ਮਾਤਰਾ ਜਾਣਦਾ ਹੈ। ਸੋਚਦਾ ਹੈ ਵੀ ਜੇ ਮੇਰਾ ਵਜੂਦ ਹੈ ਤੇ ਪਰਮੇਸ਼ਰ ਦਾ ਵਜੂਦ ਹੈ। ਜਿਨ੍ਹਾਂ ਦੀ ਸੋਚ, ਜਿਨ੍ਹਾਂ ਦੀ ਵਿਚਾਰ ਜੀਵਨ ਦੀ ਇਹੋ ਜੀ ਬਣ ਗਈ, ਗੁਰਬਾਣੀ ਦਾ ਬਚਨ ਹੈ, ਕਹਿੰਦੇ ਇਹੋ ਜਿਹੇ ਬਿਨਾਂ ਟਿਕਟਾਂ ਤੋਂ ਅਸੀਂ ਨਰਕਾਂ ਦੇ ਵਿੱਚ ਜਾਂਦੇ ਹੋਏ, ਆਪਣੇ ਆਪ ਨੂੰ ਵੱਡਾ ਸਮਝਣਾ, ਪਰਮੇਸ਼ਰ ਨੂੰ ਆਪਣੇ ਆਪ ਤੋਂ ਛੋਟਾ ਸਮਝਣਾ। ਇਹੋ ਜਿਹੇ ਲੋਕ ਬਿਨਾਂ ਟਿਕਟਾਂ ਸਿੱਧਾ ਹੀ ਨਰਕਾਂ ਦੇ ਵਿੱਚ ਵੱਸਦੇ ਵੇਖੇ, ਕਿਉਂਕਿ ਕੇਵਲ ਤੇ ਕੇਵਲ ਪਰਮੇਸ਼ਰ ਦਾ ਨਾਮ ਸਿਮਰਨ ਕਰਕੇ ਜੀਵ ਦਾ ਛੁਟਕਾਰਾ ਹੈ। ਦੁਨੀਆ ਦੇ ਜਿੰਨੇ ਮਰਜ਼ੀ ਕਰਮ ਕਮਾ ਲਓ, ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਵਿੱਤਰ ਬਾਣੀ ਪੜੋ। ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਉਹ ਸਾਰੇ ਕਰਮ ਕਲਯੁਗ ਦੇ ਸਮੇਂ ਵਿੱਚ ਵਿਅਰਥ ਹਨ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਜੀ ਦਾ ਬਚਨ ਹੈ, ਮਾਰੇ ਕਹਿੰਦੇ, ਜੇ ਫੋਕਟ ਕਰਮ ਸਭੇ ਤਜ ਹੈ, ਤਜ ਏਕ ਕਿਰਪਾ ਨਿਤ ਕੋ ਭਜ ਹੈ, ਜੋ ਵਾਰਸ ਕੇ ਚਸਕੇ ਚਸ ਹੈ, ਤੇ ਉਹ ਭੂਲ ਨ ਕਬਹੂ ਫਦਾ ਫਸ। ਦੁਨੀਆ ਦੇ तमाम ਕਰਮ ਕਰ ਲੈ, ਪਰ ਰੱਬ ਦਾ ਨਾਮ ਨਹੀਂ ਨਾ ਜਪਦਾ, ਪਰਮੇਸ਼ਰ ਦੇ ਨਾਮ ਦਾ ਕਦੀ ਚਸਕਾ ਨਹੀਂ ਚਸਿਆ। ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਕਹਿੰਦੇ, ਮੈਂ ਦਾਅਵੇ ਨਾਲ ਬਚਨ ਕਹਿਣਾ, ਉਹ ਇਸ ਸੰਸਾਰ ਦੇ ਵਿੱਚ ਜਮਾਂ ਦੀ ਫਾਹੀ ਦੇ ਵਿੱਚ ਫਸੇਗਾ। ਤੇ ਜਿਨ ਜੋ ਵਾਰ ਅਸ ਕੇ ਚਸਕੇ ਚਸ ਹੈ, ਤੇ ਉਹ ਭੂਲ ਨ ਕਬਹੂ ਫਦਾ ਫਸ ਹੈ। ਜਿਹੜੇ ਪਰਮੇਸ਼ਰ ਦਾ ਨਾਮ ਜਪਦੇ, ਪਰਮੇਸ਼ਰ ਦੇ ਨਾਮ ਸਿਮਰਨ ਦੇ ਵਿੱਚੋਂ ਜਿਨ੍ਹਾਂ ਨੂੰ ਜੀਵਨ ਦੇ ਵਿੱਚ ਆਨੰਦ ਪ੍ਰਾਪਤ ਹੋ ਗਿਆ, ਉਹ ਕਦੀ ਵੀ ਭੁੱਲ ਕੇ ਵੀ ਜਮਾਂ ਦੀਆਂ ਫਾਈਆਂ ਦੇ ਵਿੱਚ ਫਸਦੇ ਨਹੀਂ, ਜਮਾਂ ਦੀਆਂ ਫਾਈਆਂ ਦੇ ਗ੍ਰਿਫਤ ਦੇ ਵਿੱਚ ਉਹ ਆਉਂਦੇ ਨਹੀਂ।
ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਜੀ ਕਹਿੰਦੇ, ਓਏ ਭਲਿਆ, ਅਗਿਆਨੀ ਬਣ ਗਿਆ ਏ, ਬੇਸਮਝ ਬਣ ਗਿਆ ਏ। ਜੀਵਨ ਦੇ ਵਿੱਚ ਅਗਿਆਨਤਾ ਦਾ ਅੰਧਕਾਰ ਹੈ। ਜਿਸ ਪਰਮੇਸ਼ਰ ਨੇ ਤੈਨੂੰ ਸਾਰੀਆਂ ਹੀ ਦਾਤਾਂ ਦਿੱਤੀਆਂ, ਦਾਤ ਪਿਆਰੀ ਵਿਸਰਿਆ ਦਾ ਤਾਰਾ, ਉਸ ਨੂੰ ਕਿਉਂ ਭੁੱਲੀ ਫਿਰਦਾ ਹੈ। ਜੀਉ ਪਿੰਡ ਸਾਜ ਜਿਨ ਰਚਿਆ, ਬਲ ਆਪਣੋ ਕਰ ਮਾਨੈ। ਜਿਸ ਵਾਹਿਗੁਰੂ ਪ੍ਰਮਾਤਮਾ ਨੇ ਤੇਰਾ ਜੀਓ ਜਿਹੜਾ ਸੂਖਮ ਸਰੀਰ ਹੈ ਉਸ ਦੀ ਸਾਜਨਾ ਕੀਤੀ, ਉਸ ਦੀ ਬਣਾਵਟ ਬਣਾਈ, ਤੇ ਜਿਹੜਾ ਪਿੰਡ ਹੈ ਉਸ ਦੀ ਰਚਨਾ ਕੀਤੀ ਹੈ। ਐਵੇਂ ਮਹਾਂਪੁਰਖਾਂ ਨੇ ਸ਼੍ਰੀ ਮਾਨ ਸੰਤ ਗਿਆਨੀ ਇੰਦਰਜੀਤ ਸਿੰਘ ਜੀ, ਉਹਨਾਂ ਨੇ ਐਵੇਂ ਅਰਥ ਪੜ੍ਹਾਏ ਸਨ ਇਹਨਾਂ ਪੰਕਤੀਆਂ ਦੇ ਵੀ ਜੀਓ ਦਾ ਅਰਥ ਹੈ ਸੂਖਮ ਸਰੀਰ, ਤੇ ਇਸ ਨੂੰ ਲਾਉਣਾ ਹੈ ਸਾਜਣ ਦੇ ਨਾਲ। ਤੇ ਜਿਹੜਾ ਪਿੰਡ ਹੈ ਇਹ ਰਚਿਆ ਗਿਆ, ਇਹ ਬਣਾਇਆ ਗਿਆ ਵੀ ਕਿੱਥੇ ਕਿੱਥੇ ਕਿਹੜੀ, ਜਿਵੇਂ ਆਪਾਂ ਘਰ ਬਣਾਉਣੇ ਆ, ਆਪਾਂ ਦੇਖਦੇ ਹਾਂ ਇੱਥੇ ਆਹ ਚੀਜ਼ ਬਣਾਉਣੀ ਹੈ, ਇੱਥੇ ਡਰਾਇੰਗ ਰੂਮ ਬਣਾਉਣਾ ਹੈ, ਇੱਥੇ ਬੈੱਡਰੂਮ ਬਣਾਉਣਾ ਹੈ, ਇੱਥੇ ਰਸੋਈ ਬਣਾਉਣੀ ਹੈ, ਇੱਥੇ ਲੌਬੀ ਬਣਾਉਣੀ ਹੈ। ਇਵੇਂ ਜਿਹੜਾ ਸਾਡਾ ਅਸਥੂਲ ਸਰੀਰ ਹੈ ਇਹ ਰਚਿਆ ਗਿਆ ਹੈ, ਇਸ ਦੀ ਬਣਾਵਟ ਬਣਾਈ ਹੈ। ਜਿਨ ਹਰ ਤੇਰਾ ਰਚਨ ਰਚਿਆ ਗੁਰਬਾਣੀ ਤੇ, ਇਹ ਸਰੀਰ ਦੀ ਰਚਨਾ ਕੀਤੀ ਗਈ ਹੈ। ਧੰਨ ਗੁਰੂ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ, ਜਿਸ ਨੇ ਸੂਖਮ ਸਰੀਰ ਨੂੰ ਸਾਜਿਆ, ਐਵੇਂ ਜਿਹੜਾ ਅਸਥੂਲ ਸਰੀਰ ਹੈ ਉਸ ਨੂੰ ਬਣਾਇਆ। ਪਰ ਇਹ ਏਡਾ ਅਗਿਆਨੀ ਬਲ ਆਪਣੋ ਕਰ ਮੰਨੈ, ਇਸ ਨੇ ਆਪਣਾ ਹੀ ਬਲ ਮੰਨਿਆ ਹੋਇਆ ਹੈ। ਭਾਵ ਇਹ ਕਹਿ ਲਈਏ ਵੀ ਇਹ ਸਾਰਾ ਕੁਝ ਆਪਣਾ ਹੀ ਜਾਣਦਾ ਹੈ, ਨਾ ਬਣਾਉਣ ਵਾਲੇ ਨੂੰ ਚੇਤੇ ਕਰਦਾ ਹੈ। ਜਿਨਨੇ ਸਾਜਿਆ, ਜਿਨਨੇ ਰਚਿਆ, ਜਿਸ ਨੇ ਇਸ ਸਰੀਰ ਦੇ ਵਿੱਚ ਜੋਤ ਪਾਈ, ਜਿਹੜਾ ਸਾਰੇ ਸਰੀਰ ਨੂੰ ਚਲਾ ਰਿਹਾ ਹੈ, ਜਿਸ ਨੇ ਧੀਆਂ ਪੁੱਤਰ ਸਾਰਾ ਕੁਝ ਸੰਸਾਰ ਦੇ ਵਿੱਚ ਬਖਸ਼ਿਸ਼ਾਂ ਕੀਤੀਆਂ, ਧਨ ਦੌਲਤ, ਉਸ ਨੂੰ ਨਹੀਂ ਜਾਣਦਾ, ਆਪਣਾ ਹੀ ਬਲ ਸੰਸਾਰ ਦੇ ਵਿੱਚ ਮੰਨਦਾ ਹੈ। ਮਨ ਮੂੜੇ ਦੇਖ ਰਹਿਓ ਪ੍ਰਭ ਸੁਆਮੀ। ਇਹ ਮੂਰਖ ਮਨਾ, ਬੇਸਮਝ ਮਨਾ, ਉਹ ਅਕਾਲ ਪੁਰਖ ਵਾਹਿਗੁਰੂ ਪ੍ਰਮਾਤਮਾ ਜੋ ਕੁਛ ਤੂੰ ਸੰਸਾਰ ਦੇ ਵਿੱਚ ਕਰ ਰਿਹਾ ਹੈ ਨਾ, ਤੇਰੇ ਕੀਤੇ ਹੋਏ ਕਰਮਾਂ ਨੂੰ ਦੇਖ ਰਿਹਾ ਹੈ। ਜੋ ਕਿਛ ਕਰਹਿ ਸੋਈ ਸੋਈ ਜਾਣੈ, ਰਹਿ ਨ ਕਛੁਐ ਛਾਨੀ। ਛਾਨੀ ਦਾ ਅਰਥ ਹੈ ਲੁਕੀ ਹੋਈ। ਤੂੰ ਸੰਸਾਰ ਦੇ ਵਿੱਚ ਜੋ ਕੁਛ ਵੀ ਕਰ ਰਿਹਾ ਹੈ ਉਹ ਪਰਮੇਸ਼ਰ ਸਾਰਾ ਕੁਝ ਜਾਣਦਾ ਹੈ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਹਿਬ ਜੀ ਨੇ ਬਚਨ ਕਿਹਾ, ਦੇ ਕਿਵਾੜ ਅਨਕ ਪੜਦੈ ਮੈਂ, ਪਰ ਦਾਰਾ ਸੰਗ ਫਾਕੈ, ਚਿਤਰ ਗੁਪਤ ਜਬ ਲੇਖਾ ਮੰਗੈ, ਤਬ ਕੌਣ ਪੜਦਾ ਤੇਰਾ ਟਾਕੈ। ਦੁਨੀਆ ਦੇ ਅੱਖਾਂ ਤੋਂ ਓਲੇ ਹੋ ਕਰਕੇ ਜੀਵਨ ਦੇ ਵਿੱਚ ਪਾਪ ਕਰ ਸਕਦਾ ਹੈ, ਵਿਭਚਾਰ ਭੋਗ ਸਕਦਾ ਹੈ, ਪਰ ਭਲਿਆ ਉੱਥੇ ਤੇ ਤੇਰੇ ਵਹੀ ਅੱਗੇ ਰੱਖ ਦੇਣੀ ਹੈ ਵੀ ਤੂੰ ਆਹ ਕੁਛ ਕੀਤਾ ਨਹੀਂ। ਜਿਹੜਾ ਬੰਦਾ ਗਵਾਹ ਹੋਵੇ ਨਾ, ਤੇ ਜੇ ਕੋਈ ਮੁਕਰਨ ਦਾ ਯਤਨ ਵੀ ਕਰੇ ਤੇ ਅਗਲਾ ਕਹਿੰਦਾ ਓਏ ਮੈਂ ਗਵਾਹ ਸਾਰਾ ਕੁਝ ਵੇਖ। ਸਤਿਗੁਰੂ ਕਹਿੰਦੇ ਚਿੱਤਰ ਤੇ ਗੁਪਤ, ਉਹ ਪਰਮੇਸ਼ਰ ਨੇ ਜਾਂ ਧਰਮ ਰਾਜੇ ਨੇ ਦੋ ਗਵਾਹੀ ਭਰਨ ਦੇ ਵਾਸਤੇ ਇਸ ਸੰਸਾਰ ਦੇ ਵਿੱਚ ਉਹਨਾਂ ਦੀ ਬਣਾਵਟ ਬਣਾਈ ਹੈ। ਮਹਾਰਾਜ ਧੰਨ ਗੁਰੂ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ, ਜੋ ਕੁਛ ਤੂੰ ਸੰਸਾਰ ਦੇ ਵਿੱਚ ਕਰਦਾ ਹੈ ਉਹ ਵਾਹਿਗੁਰੂ ਪ੍ਰਮਾਤਮਾ ਸਾਰਾ ਕੁਝ ਜਾਣਦਾ ਹੈ। ਪਰਮੇਸ਼ਰ ਦੇ ਕੋਲੋਂ ਜਾਂ ਧਰਮ ਰਾਜੇ ਦੇ ਕੋਲੋਂ ਕੁਛ ਵੀ ਜਿਹੜਾ ਹੈ ਉਹ ਲੁਕਿਆ ਨਹੀਂ ਹੋਵੇਗਾ। ਤਾਂ ਹੀ ਤਾਂ ਭਗਤ ਕਬੀਰ ਜੀ ਨੇ ਕਿਹਾ, ਕਬੀਰ ਲੇਖਾ ਦੇਣਾ ਸੁਹੇਲਾ, ਜੋ ਦਿਲ ਸੂਚੀ ਹੋਏ, ਉਸ ਸਾਚੇ ਦੀ ਬਾਣ ਮਹਿ ਪੱਲਾ ਨਾ ਪਕੜੈ। ਬੇਸ਼ੱਕ ਬੜੇ ਤੇਰੀ ਹਾਮੀ ਭਰਦੇ ਹੋਣਗੇ ਸੰਸਾਰ ਦੇ ਵਿੱਚ, ਕੋਈ ਨਹੀਂ, ਜਾ ਤੂੰ ਮੈਂ ਤੇਰੀ ਰੱਖਿਆ ਕਰਾਂਗਾ। ਪਰ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ, ਉਹ ਪਰਮੇਸ਼ਰ ਦੇ ਦਰਬਾਰ ਦੇ ਵਿੱਚ ਸਵਾਏ ਸਚਾਈ ਤੋਂ, ਸਵਾਏ ਧਰਮ ਤੋਂ ਤੇਰਾ ਕਿਸੇ ਨੇ ਸੰਸਾਰ ਦੇ ਵਿੱਚ ਪੱਲਾ ਨਹੀਂ ਪਕੜਨਾ। ਇਹ ਵਿਸ਼ਰਾਮ ਦਿੰਦੇ ਹਨ। ਇਸ ਦਾ ਅਰਥ ਹੁੰਦਾ ਹੈ ਰਹਾਉਣਾ, ਰਹਾਉਣ ਦਾ ਅਰਥ ਹੁੰਦਾ ਹੈ ਬੀਜਣਾ। ਗੁਰਸਿੱਖਾ ਜੀਵਨ ਦੇ ਵਿੱਚ ਇਹ ਗੁਰੂ ਅਰਜਨ ਦਾ ਉਪਦੇਸ਼ ਬੀਜ ਲੈ ਕਿ ਸੰਸਾਰ ਦੇ ਵਿੱਚ ਜਿਹੜੇ ਤੂੰ ਕਰਮ ਕਰ ਰਿਹਾ, ਮੰਦਾ ਚੰਗਾ ਆਪਣਾ ਆਪੇ ਹੀ ਕੀਤਾ ਪਾਵ।
ਤੇਰਾ ਲੁਕਿਆ ਕੋਈ ਨਹੀਂ ਰਹਿਣਾ, ਇਹਦਾ ਫਲ ਤੈਨੂੰ ਆਪ ਹੀ ਭੋਗਣਾ ਪੈਣਾ ਹੈ। ਜਿਹਵਾ ਸਵਾਦ ਲੋਭ ਮਦ ਮਾਤੋ, ਉਪਜੇ ਅਨਕ ਵਿਕਾਰਾ। ਜ਼ੁਬਾਨ ਦੇ ਸਵਾਦਾਂ ਦੇ ਵਿੱਚ ਜਿਹਨੂੰ ਕਹਿੰਦੇ ਹਨ ਲੱਭ, ਲੱਭ ਹੁੰਦਾ ਖਾਣ ਦਾ, ਤੇ ਲੋਭ ਰਸ ਮਾਤੋ, ਲੋਭ ਹੁੰਦਾ ਜੋੜਨ ਦਾ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਜੀ ਕਹਿੰਦੇ ਲੱਭ ਤੇ ਲੋਭ ਦੇ ਵਿੱਚ ਮਸਤ ਹੈ। ਜਿਵੇਂ ਸ਼ਰਾਬੀ ਮਸਤ ਹੁੰਦਾ ਨਾ, ਨਸ਼ਾ ਪੀ ਕਰਕੇ ਉਸ ਨੂੰ ਕੁਛ ਦੁਨੀਆ ਦੀ ਸੁੱਝਦੀ ਨਹੀਂ, ਐਵੇਂ ਮਦ ਮਾਤੋ, ਮਦ ਸ਼ਰਾਬ ਤੇ ਮਾਤੋ ਮਸਤ ਹੈ। ਐਵੇਂ ਤੂੰ ਲੱਭ ਤੇ ਲੋਭ ਦੇ ਵਿੱਚ ਮਸਤ ਹੋਇਆ ਫਿਰਦਾ ਹੈ, ਜਿਸ ਦੇ ਕਾਰਨ ਉਪਜੇ ਅਨੇਕ ਵਿਕਾਰਾਂ, ਅਨੇਕਾਂ ਹੀ ਵਿਕਾਰ ਤੇਰੇ ਜੀਵਨ ਦੇ ਵਿੱਚ ਪੈਦਾ ਹੋਣ। ਸਤਿਪੁਰਖ ਐਵੇਂ ਬਚਨ ਕਹਿੰਦੇ, ਜਦੋਂ ਅਸੀਂ ਸੰਸਾਰ ਦੇ ਵਿੱਚ ਕਾਮ ਕ੍ਰੋਧ ਲੋਭ ਮੋਹ ਹੰਕਾਰ ਕਰਦੇ ਗਿਣਦੇ ਹਾਂ, ਲੋਭ ਦੀ ਗਿਣਤੀ ਭਾਵੇਂ ਤੀਸਰੇ ਨੰਬਰ ਤੇ ਹੈ, ਪਰ ਜਿਸ ਵੇਲੇ ਮਨੁੱਖਾ ਜੀਵਨ ਦੇ ਵਿੱਚ ਲੋਭ ਪੈਦਾ ਹੁੰਦਾ, ਬਾਕੀ ਦੇ ਵਿਕਾਰ ਸਾਰੇ ਤਾਂ ਪੈਦੇ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਜੀ ਨੇ ਵੀ ਇਹੋ ਬਚਨ ਕਿਹਾ, ਹੇ ਲੋਭਾ ਲੰਪਟ ਸੰਗ ਸਿਰ ਮੋਰ ਹੈ, ਅਣਕ ਲਹਿਰੀ ਕਲੋਲ ਤੇ। ਇਹਨੂੰ ਸਿਰਮੌਰ ਕਿਹਾ ਗਿਆ ਹੈ ਗੁਰਬਾਣੀ ਦੇ ਵਿੱਚ, ਤੇ ਮਹਾਂਪੁਰਸ਼ਾਂ ਨੇ ਵੀ ਕਥਾ ਦੇ ਵਿੱਚ ਇਹੋ ਹੀ ਗੱਲ ਕਹੀ ਵੀ ਭਾਵੇਂ ਇਸ ਦੀ ਗਿਣਤੀ ਪਿਛਲੇ ਪਾਸੇ ਹੈ, ਪਰ ਹੈ ਸਾਰਿਆਂ ਦੇ ਨਾਲੋਂ। ਇਹਦੇ ਜੀਵਨ ਦੇ ਵਿੱਚ ਉਦੋਂ ਹੀ ਵਿਕਾਰ, ਉਦੋਂ ਹੀ ਵਿਸ਼ਿਆਂ ਦੀ ਉਤਪਤੀ ਹੁੰਦੀ ਜਦੋਂ ਇਸ ਦੇ ਜੀਵਨ ਦੇ ਵਿੱਚ ਲੋਭ ਪੈਦਾ ਹੁੰਦਾ। ਤਾਂ ਮਾਰੇ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਕਹਿੰਦੇ, ਭਲਿਆ ਜ਼ੁਬਾਨ ਦੇ ਲੱਭ ਤੇ ਜੋੜਨ ਦੇ ਲੋਭ ਦੇ ਵਿੱਚ ਸ਼ਰਾਬ ਦੇ ਵਾਂਗੂ ਮਸਤ ਹੈ, ਅਨੇਕਾਂ ਹੀ ਜੀਵਨ ਦੇ ਵਿੱਚ ਵਿਕਾਰ ਪੈਦਾ ਹੋਏ। ਬਹੁਤ ਜੋਨ ਭਰਮਤ ਦੁਖ ਪਾਇਆ, ਹਉਮੈ ਬੰਧਨ ਕੇ ਭਾਰਾ। ਇਸ ਦੇ ਕਾਰਨ ਹੀ ਬਹੁਤੇ ਜੂਨਾਂ ਦੇ ਵਿੱਚ ਭਰਮਦਿਆਂ ਹੋਇਆਂ ਤੂੰ ਦੁੱਖ ਪਾਇਆ, ਭਾਵ ਦੁੱਖ ਪ੍ਰਾਪਤ ਕੀਤਾ। ਹੁਣ ਵੀ ਜਿਹੜੇ ਭਾਰ ਬੰਨ ਰਿਹਾ ਹੈ ਨਾ, ਹੁਣ ਵੀ ਤੇਰੇ ਜੀਵਨ ਦੇ ਵਿੱਚ ਜਿਹੜੇ ਬੰਧਨ ਪੈਣਗੇ ਨਾ, ਉਹ ਹਉਮੈ ਦੇ ਕਾਰਨ ਹੀ ਪੈਣਗੇ। ਜੰਮਣ ਮਰਨ ਦਾ ਬੰਧਨ ਉਨਾ ਚਿਰ ਮਨੁੱਖਾ ਜੀਵਨ ਦੇ ਵਿੱਚੋਂ ਛੁੱਟਦਾ ਨਹੀਂ, ਜਿੰਨਾ ਚਿਰ ਮਨੁੱਖਾ ਜੀਵਨ ਦੇ ਵਿੱਚ ਹੰਕਾਰ ਹੈ, ਹਉਮੈ, ਹੰਗਤਾ ਮਮਤਾ ਵਸ। ਮਾਰੇ ਕਹਿੰਦੇ ਇਸ ਦੇ ਕਾਰਨ ਹੀ ਜੰਮਣ ਮਰਨ ਦਾ ਮੁੜ ਭਾਰ ਤੈਨੂੰ ਉਠਾਉਣਾ ਪਵੇਗਾ। ਦੇਖ ਵਾੜ ਅਨਕ ਪੜਦੇ ਮਹਿ, ਪਰਦਾਰਾ ਸੰਗ ਫਾਕੈ। ਅਨੇਕਾਂ ਹੀ ਦਰਵਾਜ਼ਿਆਂ ਦੇ ਕਿਵਾੜ ਭੇਟ ਕੇ, ਪਰਦਾਰਾ ਦਾ ਅਰਥ ਹੈ ਪਰ ਇਸਤਰੀਆਂ ਦੇ ਨਾਲ ਉਹਨਾਂ ਦਾ ਸੰਗ ਕਰਦਾ ਹੈ, ਉਹਨਾਂ ਦੇ ਨਾਲ ਵਿਭਚਾਰ ਭੋਗਦਾ ਹੈ। ਚਿੱਤਰ ਗੁਪਤ ਜਬ ਲੇਖਾ ਮਾਗਹਿ, ਤਬ ਕੌਣ ਪੜਦਾ ਤੇਰਾ ਢਾਕੈ। ਹੁਣ ਤੇ ਇਹ ਭੋਗੇ ਹੋਏ ਵਿਭਚਾਰ ਤੈਨੂੰ ਸੁਖੀ ਲੱਗ ਰਹੇ ਹਨ, ਸੁਖਦਾਈ ਲੱਗ ਰਹੇ, ਕਿਉਂਕਿ ਨਿਮਕ ਏਕ ਸਵਾਦ ਕਾਰਨ ਕੋਟ ਦਿਨਸ ਦੁਖ ਪਾ। ਇੱਕ ਕਾਮ ਦੇ ਸਵਾਦ ਦੇ ਕਾਰਨ ਇਹਨੂੰ ਕਰੋੜਾਂ ਹੀ ਜੀਵਨ ਦੇ ਵਿੱਚ ਦੁੱਖ ਪ੍ਰਾਪਤ ਹੁੰਦੇ। ਤਾਈਓ ਹੀ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਜੀ ਨੇ ਇਹ ਸਾਨੂੰ ਬਚਨ ਸਮਝਾਇਆ ਹੈ ਸ੍ਰੀ ਦਸਮ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਵਿੱਚ। ਪਰ ਨਾਰੀ ਕੇ ਭਜੇ ਸਹਿਸ ਬਾਸਵ ਭਗ ਪਾਏ, ਪਰ ਨਾਰੀ ਕੇ ਭਜੇ ਚੰਦਰ ਕਾ ਲੰਕ ਲਗਾਏ, ਪਰ ਨਾਰੀ ਕੇ ਹੇਤ ਸੀਸ ਦਸ ਸੀਸ ਕਟਾਇਓ, ਹੋ ਪਰ ਨਾਰੀ ਕੇ ਹੇਤ ਕਟਕ ਕਵਰਨ ਕੋ ਕਾਇਓ। ਕਹਿਣ ਲੱਗੇ ਪਰਾਈ ਇਸਤਰੀ ਦਾ ਸੰਗ ਕੀਤਾ, ਹਜ਼ਾਰਾਂ ਭਗਾਂ ਇੰਦਰ ਦੇ ਹੋਈਆਂ ਬੇਸ਼ੱਕ ਦੇਵਤਾ ਸੀ। ਗੁਰਬਾਣੀ ਆਪਾਂ ਪੜ੍ਹਦੇ ਹਾਂ, ਪ੍ਰਭਾਤੀ ਰਾਗ ਦੇ ਵਿੱਚ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਐਸਾ ਹੀ ਬਚਨ ਹੈ, ਸਹਿਸ ਸਰੀਰ ਚੇਨ ਭਗ ਹੋਏ ਤਾਂ ਮਨ ਪਛੂਤਾ। ਤਾਂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇਹ ਬਚਨ ਕਿਹਾ, ਕਹਿਣ ਲੱਗੇ ਯਾਦ ਰੱਖੀ ਭਲਿਆ, ਐਵੇਂ ਸਮਝ ਲਾ ਵੀ ਜਿਸ ਵੇਲੇ ਤੂੰ ਪਰਾਈ ਇਸਤਰੀ ਦਾ ਸੰਗ ਕਰ ਲਿਆ, ਵਿਭਚਾਰ ਭੋਗ ਲੈ, ਵੀ ਤੇਰੇ ਛੁਰੀ ਵੱਜ ਹੀ ਗਈ। ਜਦੋਂ ਛੁਰੀ ਵੱਜ ਜੇ ਬੰਦੇ ਦੀ ਮੌਤ ਹੀ ਹੁੰਦੀ ਹੈ ਨਾ, ਐਵੇਂ ਸਮਝ ਤੇਰੇ ਕਲੇਜੇ ਦੇ ਵਿੱਚ ਛੁਰੀ ਵੱਜੀ ਹੈ, ਤੇ ਫਿਰ ਵਾਰ-ਵਾਰ ਜੰਮਣ ਮਰਨ ਇਸ ਸੰਸਾਰ ਦੇ ਵਿੱਚ ਤੈਨੂੰ ਭਰਮਣਾ ਪਵੇ। ਸਤਿਗੁਰੂ ਨੇ ਸੰਬੋਧਨ ਹੋ ਕਰਕੇ ਆਪਣੇ ਖਾਲਸੇ ਪੰਥ ਨੂੰ ਇਹ ਬਚਨ ਕਹੇ ਸੀ, ਸੁਧ ਜਬ ਤੇ ਹਮ ਧਰੀ ਬਚਨ ਗੁਰ ਦਏ ਹਮਾਰੇ,
पूत यह प्रण तोहे प्राण जब लग घट थारे निज नारी के साथ नेहो तुम नित बढ़इहो पर नारी की सेज भूल सुपने हुन। मारे कहते होए जदों चित्रगुप्त ने तेरा कोलों लेखा पुछया इत्थे तां पड़दे पाउंदा इत्थे तां दरवाजे बंद कर लैना वे विचार माड़े कर्म करन वास्ते उत्थे तेरा पड़दा कौन कजेगा। दीन दयाल पूर्ण दुख भंजन तुम बिन ओट ना काई। एवें बेनती करो हे दीन अकाल पुरख वाहिगुरु परमात्मा तू दीनां दे उपर दया करन वाला दीन दयाल है ते दीन दयाल भरोसे तेरे सानू भी केवल आप जी का भरोसा है। पूਰਨ ਦਾ ਅਰਥ ਹੁੰਦਾ ਹੈ ਪਰਮੇਸ਼ਰ ਤੂੰ ਵਿਆਪਕ ਹੈ। ਦੁੱਖ ਭੰਜਨ ਹਰੇਕ ਪ੍ਰਕਾਰ ਦੇ ਜਿਹੜੇ ਸਮਸਤ ਦੁੱਖ ਹਨ ਚਾਹੇ ਉਹ ਜੰਮਣ ਮਰਨ ਦੇ ਹਨ ਚਾਹੇ ਉਹ ਵਿਛੋੜੇ ਦੇ ਹਨ ਚਾਹੇ ਸਰੀਰ ਦੇ ਉੱਪਰ ਰੋਗ ਲੱਗਾ ਉਸ ਦਾ ਦੁੱਖ ਹੈ ਇਹ ਸਾਰੇ ਜਿਹੜੇ ਚਾਰ ਪ੍ਰਕਾਰ ਦੇ ਦੁੱਖ ਹਨ ਇਹਨਾਂ ਨੂੰ ਨਾਸ਼ ਕਰਨ ਵਾਲਾ ਮਹਾਰਾਜ ਤੁਮ ਬਿਨ ਓਟ ਨਾ ਕਾਈ ਤੁਹਾਡੇ ਤੋਂ ਬਗੈਰ ਹੋਰ ਸਾਨੂੰ ਸਾਡੇ ਜੀਵਨ ਦੇ ਵਿੱਚ ਕਿਸੇ ਦਾ ਵੀ ਆਸਰਾ ਨਹੀਂ ਹੈ। ਕਾਢ ਲੇਹੋ ਸੰਸਾਰ ਸਾਗਰ ਮਹਿ ਨਾਨਕ ਪ੍ਰਭ ਸਰਣਾਏ। ਧੰਨ ਗੁਰੂ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਜੀ ਕਹਿੰਦੇ ਮੈਂ ਬੇਨਤੀ ਕਰ ਪ੍ਰਭ ਇਹ ਸਮਰੱਥ ਸ਼ਰਨਾਈ ਅਸੀਂ ਤੇਰੀ ਸ਼ਰਨ ਦੇ ਵਿੱਚ ਆਏ ਹਾਂ। ਤਉ ਮੈਂ ਆਇਆ ਸਰਨੀ ਆਇਆ ਭਰੋਸੇ ਆਇਆ ਕਿਰਪਾ ਆਇਆ ਜਿਉ ਭਾਵੈ ਤਿਉ ਰਾਖੋ ਸੁਆਮੀ ਮਾਰਗ ਗੁਰ ਹੈ ਪਠਾਏ। ਇਹ ਸਾਨੂੰ ਸਾਡੇ ਗੁਰੂ ਨੇ ਰਾਹ ਦੱਸਿਆ ਹੈ ਤੇਰੀ ਸ਼ਰਨ ਦੇ ਵਿੱਚ ਆਏ ਆ ਸਾਨੂੰ ਰੱਖ ਲੈ ਤੇ ਕੀ ਚਾਹੀਦਾ ਹੈ। ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਕਹਿੰਦੇ ਫਿਰ ਕਹੀਂ ਕਾਢ ਲਿਹੋ ਸੰਸਾਰ ਸਾਗਰ। ਮਹਾਰਾਜ ਸੰਸਾਰ ਸਾਗਰ ਤੋਂ ਸਾਨੂੰ ਕੱਢ ਲਈ ਹੱਥ ਦੇ ਸਾਨੂੰ ਬਚਾ ਲਈ ਹੱਥ ਦੇ ਕੇ ਰਾਖ ਲਿਓ ਹਮ ਤੇ ਬਿਗੜੀ ਸੀਲ ਧਰਮ ਜਪ ਭਗਤ ਨਾ ਕੀਨੀ ਹਉ ਅਭਿਮਾਨ ਟੇਢ ਪਗ। ਮਹਾਰਾਜ ਆਪ ਹੀ ਰੱਖ ਲੈਣਾ ਕਰੋ ਮੇਲ ਲਹਿਓ ਦਇਆਲ ਢਹਿ ਪਏ ਦੁਆਰਿਆ ਰੱਖ ਲੈ ਬਹੁ ਦੀਨ ਦਿਆਲ ਭ੍ਰਮਤ ਬਹੁ। ਮਹਾਰਾਜ ਪਹਿਲਾਂ ਹੀ ਬੜੀਆਂ ਜੂਨਾਂ ਦੇ ਵਿੱਚ ਭਰਮਦੇ ਹੋਏ ਆ ਕਿਰਪਾ ਕਰਕੇ ਆਪਣੀ ਸ਼ਰਨ ਦੇ ਵਿੱਚ ਸਾਨੂੰ ਰੱਖ ਲਓ। ਇਹ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਪਵਿੱਤਰ ਪਾਵਨ ਮੁਬਾਰਕ ਰਸਨਾ ਦੇ ਦੁਆਰਾ ਰਾਗ ਸੋਠ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦੁਆਰਾ ਉਪਦੇਸ਼ ਬਖਸ਼ਿਆ। ਗੁਰੂ